ਅਸੀਂ ਇਸ ਸਮੇਂ ਚੰਡੀਗੜ੍ਹ ਸੈਕਟਰ 26 ਦੀ ਜਿਹੜੀ ਮੰਡੀ ਆ ਉੱਥੇ ਖੜੇ ਆ। ਮੇਰੇ ਪਿੱਛੇ ਇੱਕ ਬਿਲਡਿੰਗ ਹੈ, ਮਾਰਕੀਟ ਕਮੇਟੀ ਦੀ ਇਹ ਬਿਲਡਿੰਗ ਹੈਗੀ ਆ। ਇੱਥੋਂ ਸਾਰਾ ਜਿਹੜਾ ਮੰਡੀ ਦਾ ਕਾਰੋਬਾਰ ਹੈ ਉਹ ਇੱਥੋਂ ਕੰਟਰੋਲ ਹੁੰਦਾ। ਇਹ ਜਿਹੜੀ ਮਾਰਕੀਟ ਕਮੇਟੀ ਦੀ ਜਿਹੜੀ ਇਹ ਬਿਲਡਿੰਗ ਆ, ਇੱਥੇ ਮਾਰਕੀਟ ਕਮੇਟੀ ਦਾ ਸਾਰਾ ਸਟਾਫ ਜਿਹੜਾ ਇੱਥੇ ਬੈਠਦਾ ਸੀਗਾ ਔਰ ਇਹ ਬਿਲਡਿੰਗ ਜਿਹੜੀ ਆ ਮਾਰਕੀਟ ਕਮੇਟੀ ਦੇ ਸਟਾਫ ਲਈ ਬਣਾਈ ਗਈ ਸੀ, ਜੋ ਕਿ ਕਿਸਾਨਾਂ ਨੂੰ ਪ੍ਰਮੋਟ ਕਰਨ ਲਈ, ਵਪਾਰੀਆਂ ਨੂੰ ਪ੍ਰਮੋਟ ਕਰਨ ਦਾ ਕੰਮ ਕਰਦਾ ਸੀ। ਇੱਥੇ ਕਮਰੇ ਵੀ ਸੀਗੇ ਜਿੱਥੇ ਕਿਸਾਨ ਆ ਕੇ ਰਹਿੰਦੇ ਸੀਗੇ। ਬਕਾਇਦਾ ਇੱਥੇ ਬੈਂਕ ਵੀ ਬਣਾਇਆ ਗਿਆ ਸੀਗਾ ਤਾਂ ਕਿ ਉਹ ਕਿਸਾਨਾਂ ਦਾ ਅਤੇ ਵਪਾਰੀਆਂ ਦਾ ਜਿਹੜਾ ਲੈਣ ਦੇਣ ਹੈ ਉਹਨੂੰ ਸੁਚਾਰੂ ਰੂਪ ਤੋਂ ਚਲਾ ਸਕੇ। ਔਰ ਦੇਖੋ ਇਹ ਜਿਹੜੀ ਬਿਲਡਿੰਗ ਸੀਗੀ ਇਹ ਮਤਲਬ 80 ਦੇ ਆਸ-ਪਾਸ ਦੀ ਬਣੀ ਹੋਈ ਇਹ ਬਿਲਡਿੰਗ ਹੈਗੀ ਆ, ਪਰ 40 ਸਾਲਾਂ ਵਿੱਚ ਹੀ ਇਹ ਬਿਲਡਿੰਗ ਜਿਹੜੀ ਆ ਅਨਸੇਫ ਡਿਕਲੇਅਰ ਹੋ ਗਈ ਆ। ਇਹ ਇੱਕ ਬਹੁਤ ਵੱਡੀ ਗੱਲ ਹੈ ਵੀ ਸਰਕਾਰੀ ਬਿਲਡਿੰਗ 40 ਸਾਲ ਵੀ ਇਹ ਬਿਲਡਿੰਗ ਜਿਹੜੀ ਆ ਉਹ ਨਹੀਂ ਚੱਲ ਪਾਈ। ਇਹ ਮਤਲਬ ਕਿ ਤੁਸੀਂ ਦੇਖੋ ਜਿਸ ਟਾਈਮ ਇਹ ਬਿਲਡਿੰਗ ਬਣੀ ਸੀ ਇਸ ਦਾ ਮਤਲਬ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਸੀਗੀ, ਜਿਸ ਕਰਕੇ ਇਹ ਬਿਲਡਿੰਗ ਹੁਣ ਢਾਣ ਦੇ ਹੁਕਮ ਦੇ ਦਿੱਤੇ ਗਏ ਨੇ। ਇਹ ਬਿਲਡਿੰਗ ਜਿਹੜੀ ਆ ਅਨਸੇਫ ਡਿਕਲੇਅਰ ਕਰ ਦਿੱਤੀ ਗਈ ਆ। ਆ ਦੇਖੋ ਜਿਹੜਾ ਇਹ ਚੀਫ ਕਮਿਸ਼ਨਰ ਸੀਗਾ ਚੰਡੀਗੜ੍ਹ ਦਾ, ਉਹਨੇ ਜਨਵਰੀ 16 1978 ਨੂੰ ਇਸ ਬਿਲਡਿੰਗ ਦਾ ਨੀਂਹ ਪੱਥਰ ਰੱਖਿਆ ਸੀ। ਉਸ ਤੋਂ ਬਾਅਦ 2-3 ਸਾਲਾਂ 'ਚ ਇਹ ਬਿਲਡਿੰਗ ਬਣ ਕੇ ਤਿਆਰ ਹੋਈ ਸੀ। ਆਪਾਂ ਮੰਨ ਲਈਏ ਤਾਂ ਇਹ 80 ਦੇ ਕਰੀਬ ਇਹ ਬਿਲਡਿੰਗ ਜਿਹੜੀ ਆ ਇਹ ਬਣੀ ਹੋਈ ਆ ਤੇ 80 ਤੋਂ ਲੈ ਕੇ ਹੁਣ 23 ਚੱਲ ਰਿਹਾ, ਸਿਰਫ 43 ਸਾਲ ਜਿਹੜੀ ਆ ਇਹ ਬਿਲਡਿੰਗ ਜਿਹੜੀ ਆ ਉਹ ਚੱਲ ਪਾਈ ਆ। ਤੁਸੀਂ ਦੇਖੋ ਅੰਦਰ ਬਿਲਡਿੰਗ 'ਚ ਦਰਾਰਾਂ ਜਿਹੜੀਆਂ ਉਹ ਆ ਗਈਆਂ, ਬਿਲਡਿੰਗ ਦਾ ਪਲਸਤਰ ਜਿਹੜਾ ਉਹ ਝੜ ਰਿਹਾ ਤੇ ਇਹ ਜਿਹੜੀ ਬਿਲਡਿੰਗ ਆ ਅਨਸੇਫ ਜਿਹੜੀ ਆ ਉਹ ਡਿਕਲੇਅਰ ਹੋ ਗਈ ਆ। ਹੁਣ ਇੱਥੇ ਦਾ ਸਟਾਫ ਜਿਹੜਾ ਉਹ ਸਾਰਾ ਸ਼ਿਫਟ ਕਰਾਇਆ ਜਾ ਰਿਹਾ ਕਿਉਂਕਿ ਇਹ ਕਿਹਾ ਜਾ ਰਿਹਾ ਇਹ ਬਿਲਡਿੰਗ ਕਦੀ ਵੀ ਗਿਰ ਸਕਦੀ ਆ। ਮੈਂ ਤੁਹਾਨੂੰ ਦੱਸਦਾ ਚੰਡੀਗੜ੍ਹ ਜਿਸ ਟਾਈਮ 1952 ਦੇ ਆਸ-ਪਾਸ ਪੰਜਾਬ ਅਤੇ ਹਰਿਆਣਾ ਸੈਕਟਰੀਏਟ ਬਣਿਆ ਸੀ, ਉਹ ਸਭ ਤੋਂ ਪਹਿਲੀ ਬਿਲਡਿੰਗ ਸੀ ਪੰਜਾਬ ਅਤੇ ਹਰਿਆਣਾ ਸੈਕਟਰੀਏਟ। 52-53 ਦੇ ਕਰੀਬ ਉਹ ਬਿਲਡਿੰਗ ਜਿਹੜੀ ਬਣ ਕੇ ਤਿਆਰ ਹੋਈ ਸੀਗੀ ਔਰ 75 ਸਾਲ ਹੋ ਗਏ ਉਸ ਬਿਲਡਿੰਗ ਨੂੰ। ਹਾਲੇ ਤੱਕ ਉਸ ਬਿਲਡਿੰਗ 'ਚ ਕਿਸੇ ਤਰ੍ਹਾਂ ਦੀ ਕੋਈ ਦਰਾਰ, ਕੋਈ ਇਹੀ ਕੋਈ ਗੱਲਬਾਤ ਨਹੀਂ ਆਈ ਹੈ। ਪਰ ਇਹ ਜਿਹੜੀ ਬਿਲਡਿੰਗ ਹੈ ਇਹ ਉਸ ਤੋਂ ਬਾਅਦ 80 'ਚ ਬਣੀ, 30 ਸਾਲ ਬਾਅਦ ਬਣੀ ਹੋਈ ਬਿਲਡਿੰਗ ਆ ਔਰ ਇਸ 'ਚ ਤੁਸੀਂ ਦੇਖੋ ਦਰਾਰਾਂ ਜਿਹੜੀਆਂ ਉਹ ਆਉਣੀਆਂ ਸ਼ੁਰੂ ਹੋ ਗਈਆਂ ਔਰ ਸਿਰਫ 40 ਸਾਲ ਹੀ ਇਹ ਬਿਲਡਿੰਗ ਚੱਲ ਪਾਈ। ਤੇ ਇਸ ਕਿਤੇ ਨਾ ਕਿਤੇ ਇਸ 'ਚ ਘਪਲੇ ਦੀ ਬੂ ਆਉਂਦੀ ਹੈ। ਮੈਂ ਜਦੋਂ ਇਹ ਬਿਲਡਿੰਗ ਬਣਾਈ ਗਈ ਸੀ ਉਸ ਸਮੇਂ ਕਿਤੇ ਨਾ ਕਿਤੇ ਮਟੀਰੀਅਲ 'ਚ, ਕਿਤੇ ਨਾ ਕਿਤੇ ਨਕਸ਼ੇ 'ਚ, ਕਿਤੇ ਨਾ ਕਿਤੇ ਇਸ ਦੀ ਫਾਊਂਡੇਸ਼ਨ 'ਚ ਕਮੀਆਂ ਰਹਿ ਗਈਆਂ, ਜਿਸ ਕਰਕੇ ਹੁਣ ਮਜਬੂਰੀ 'ਚ ਇਸ ਬਿਲਡਿੰਗ ਨੂੰ ਅਨਸੇਫ ਡਿਕਲੇਅਰ ਕੀਤਾ ਗਿਆ ਕਿਉਂਕਿ ਇਹ ਬਿਲਡਿੰਗ ਕਦੀ ਵੀ ਗਿਰ ਸਕਦੀ ਆ। ਇਸ ਕਰਕੇ ਸਾਰੇ ਸਟਾਫ ਨੂੰ ਕਹਿ ਦਿੱਤਾ ਗਿਆ ਕਿ ਉਹ ਇਹ ਬਿਲਡਿੰਗ ਜਿਹੜੀ ਆ ਉਹ ਖਾਲੀ ਕਰ ਦੇਣ, ਜਲਦੀ ਤੋਂ ਜਲਦੀ ਜਿਹੜਾ ਇਹ ਬਿਲਡਿੰਗ ਖਾਲੀ ਕਰਾਈ ਜਾ ਰਹੀ ਆ। ਸਟਾਫ ਨੂੰ ਇੱਥੋਂ ਸ਼ਿਫਟ ਕੀਤਾ ਜਾ ਰਿਹਾ। ਇੱਥੇ ਜਿਹੜਾ ਬੈਂਕ ਸੀਗਾ ਉਹਨੂੰ ਵੀ ਸ਼ਿਫਟ ਕੀਤਾ ਜਾ ਰਿਹਾ, ਜਿਹੜਾ ਮਾਰਕੀਟ ਕਮੇਟੀ ਦਾ ਦਫ਼ਤਰ ਸੀਗਾ ਉਹਨੂੰ ਵੀ ਇੱਥੋਂ ਸ਼ਿਫਟ ਕੀਤਾ ਜਾ ਰਿਹਾ। ਔਰ ਤੁਸੀਂ ਦੇਖੋ ਉਸ ਤੋਂ ਬਾਅਦ ਜਦੋਂ ਇਹ ਬਿਲਡਿੰਗ ਖਾਲੀ ਹੋ ਗਈ ਉਸ ਤੋਂ ਬਾਅਦ ਇਹ ਬਿਲਡਿੰਗ ਨੂੰ ਢਾਇਆ ਜਾਏਗਾ। ਢਾਣ ਤੋਂ ਬਾਅਦ ਇੱਥੇ ਨਵੀਂ ਜਿਹੜੀ ਹੈ ਬਿਲਡਿੰਗ ਦੀ ਉਸਾਰੀ ਕੀਤੀ ਜਾਏਗੀ, ਨਈ ਬਿਲਡਿੰਗ ਬਣਾਈ ਜਾਏਗੀ, ਨया ਨਕਸ਼ਾ ਪਾਸ ਹੋਏਗਾ ਔਰ ਉਸ 'ਤੇ ਕਰੋੜੋਂ ਰੁਪਇਆ ਖਰਚ ਹੋਏਗਾ। ਪਰ ਉਸ ਗੱਲ ਪਿੱਛੇ ਕੋਈ ਨਹੀਂ ਜਾ ਰਿਹਾ ਵੀ ਅੱਜ ਤੋਂ 40 ਸਾਲ ਪਹਿਲਾਂ ਕੀ ਹੋਇਆ ਸੀ, ਕਿਉਂ ਇਹ ਬਿਲਡਿੰਗ 40 ਸਾਲ ਵੀ ਨਹੀਂ ਚੱਲ ਪਾਈ, ਕਿਉਂ ਇਹ ਬਿਲਡਿੰਗ ਅੱਜ ਅਨਸੇਫ ਡਿਕਲੇਅਰ ਕਰਨੀ ਪੈ ਰਹੀ ਆ, ਕਿਉਂ ਇਹ ਬਿਲਡਿੰਗ ਇੰਨੀ ਜਲਦੀ ਜਿਹੜੀ ਆ ਖਸਤਾ ਹਾਲ 'ਚ ਪਹੁੰਚ ਗਈ ਆ। ਉਸ ਦੇ ਲਈ ਕੌਣ ਜ਼ਿੰਮੇਵਾਰ ਆ? ਉਸ ਟਾਈਮ ਦੇ ਜਿਹੜੇ ਠੇਕੇਦਾਰ ਸੀਗੇ ਕਿ ਉਹਨਾਂ ਨੇ ਮਟੀਰੀਅਲ ਜਿਹੜਾ ਉਹ ਅੱਛਾ ਯੂਜ਼ ਨਹੀਂ ਕੀਤਾ, ਜਾਂ ਉਸ ਟਾਈਮ ਦੇ ਜਿਹੜੇ ਅਫਸਰ ਸੀਗੇ ਉਹਨਾਂ ਦੀ ਕਿਤੇ ਨਾ ਕਿਤੇ ਇਨਵੋਲਵਮੈਂਟ ਹੈ। ਇਹ ਜਿਹੜੀਆਂ ਗੱਲਾਂ ਇਸ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਇਨਕੁਆਇਰੀ ਨਹੀਂ ਹੋ ਰਹੀ, ਕਿਸ ਤਰ੍ਹਾਂ ਦੀ ਕੋਈ ਜਾਂਚ ਪੜਤਾਲ ਨਹੀਂ ਹੋ ਰਹੀ, ਕਿਸੇ ਤਰ੍ਹਾਂ ਦੀ ਕੋਈ ਪੁੱਛਗਿੱਛ ਜਿਹੜੀ ਆ ਉਹ ਫਾਈਲਾਂ 'ਚ ਨਹੀਂ ਹੋ ਰਹੀ। ਸਿਰਫ ਇਹੀ ਕਿਹਾ ਜਾ ਰਿਹਾ ਫਾਈਲਾਂ ਵਿੱਚ ਵੀ ਆਹ ਜਿਹੜੀ ਬਿਲਡਿੰਗ ਅਨਸੇਫ ਹੈ ਔਰ ਇਹਨੂੰ ਜਲਦ ਤੋਂ ਜਲਦ ਖਾਲੀ ਕਰ ਦਿਓ ਤਾਂ ਕਿ ਇਹਨੂੰ ਘੇਰ ਕੇ ਇੱਥੇ ਨਵੀਂ ਬਿਲਡਿੰਗ ਬਣਾਈ ਜਾ ਸਕੇ। मेरा कहना है ना कि ये तो हजे शहर जड़ा जवान हो रहा है
ਜੇ 40 ਸਾਲ ਜਾਂ 43 ਸਾਲ 'ਚ 20 ਸਾਲ ਹੋ ਗਏ ਬਿਲਡਿੰਗ ਬੰਦ ਪਈ ਹੈ ਅੱਜ ਵੀ। ਇਹ ਕਿਸਾਨਾਂ ਦੇ ਰੁਕਣ ਵਾਸਤੇ ਬਿਲਡਿੰਗ ਬਣੀ ਸੀ ਕਿ ਫਾਰਮਰ ਆ ਕੇ ਜਦੋਂ ਆਕਸ਼ਨ ਤੇ ਆਉਂਦਾ ਹੈ ਉਸ ਤੋਂ ਉੱਪਰ ਜਿਹੜੀਆਂ 2 ਮੰਜ਼ਿਲਾਂ ਹੈਗੀਆਂ ਉੱਥੇ ਕਮਰੇ ਬਣੇਗੇ, ਲੇਕਿਨ ਅਨਸੇਫ ਹੋਣ ਕਰਕੇ 2000 ਤੋਂ ਬਾਅਦ ਇੱਥੇ ਕੋਈ ਵੀ ਬੁਕਿੰਗ ਨਹੀਂ ਹੋਈ। ਤੁਸੀਂ ਸਮਝੋ ਕਿ ਵੀ 43 ਸਾਲ ਤੇ ਅਨਸੇਫ ਹੋ ਗਈ, ਲੇਕਿਨ ਪਿਛਲੇ 23 ਸਾਲ ਤੋਂ ਵੀ ਇਹ ਬਿਲਡਿੰਗ ਬੰਦ ਪਈ ਹੈ। ਸਿਰਫ ਨੀਚੇ ਆਫਿਸ ਹੈ, ਇੱਕ ਬੈਂਕ ਚੱਲਦਾ ਹੈ, ਬਾਕੀ ਕਮਰੇ ਬੰਦ ਪਏ ਹੈ। ਇੱਥੇ ਕੋਈ ਵੀ ਬੁਕਿੰਗ ਨਹੀਂ ਹੋਈ 20-25 ਸਾਲ 'ਚ ਜ਼ਿਮੀਂਦਾਰਾਂ ਦੀ ਰਾਤ ਨੂੰ ਰਹਿਣ ਵਾਸਤੇ। ਸਰ ਕੀ ਲੱਗਦਾ, ਕਿਉਂਕਿ ਮੈਂ ਸੈਕਟਰੀਏਟ ਵੀ ਦੇਖੀ ਆ, ਸੈਕਟਰੀਏਟ ਦੀ ਬਿਲਡਿੰਗ ਜਿਹੜੀ ਪੰਜਾਬ ਅਤੇ ਹਰਿਆਣਾ ਸੈਕਟਰੀਏਟ ਦੀ ਬਿਲਡਿੰਗ ਆ ਉਹ 52 'ਚ ਬਣੀ ਸੀ, 1952 'ਚ ਬਣੀ ਸੀ। ਅੱਜ 75 ਸਾਲ ਹੋ ਗਏ, 70 ਸਾਲ ਹੋ ਗਏ ਉਸ ਬਿਲਡਿੰਗ ਨੂੰ ਬਣੀ ਹੋਏ, ਔਰ ਅੱਜ ਵੀ ਉਸ 'ਤੇ ਕੋਈ ਦਰਾਰ ਨਹੀਂ ਆ। ਪਰ ਇਹ ਬਿਲਡਿੰਗ ਜਿਹੜੀ ਆ ਉਹ 40 ਸਾਲ ਵੀ ਨਹੀਂ ਚੱਲ ਪਾਈ। ਬਿਲਕੁਲ, ਇਹਦੇ ਵਿੱਚ ਸਿਵਲ ਦੇ ਬੰਦੇ ਜਿਨ੍ਹਾਂ ਨੇ ਉਸ ਵੇਲੇ ਬਿਲਡਿੰਗ ਬਣਾਈ ਹੋਏਗੀ, ਜਿਨ੍ਹਾਂ ਨੇ ਸੋਇਲ ਦੇ ਸੈਂਪਲ ਟੈਸਟ ਕੀਤੇ ਹੋਣਗੇ, ਇਹ ਸਾਰੇ ਆ। ਹੁਣ ਸਾਡੇ ਇਸ ਬਿਲਡਿੰਗ ਦੇ ਆਪੋਜ਼ਿਟ ਹੀ ਸ਼ੋਰੂਮ ਬਣੇ ਵੀ ਤਾਂ 1970-72 ਦੇ ਬਣੇ ਹੋਏ ਹੈ ਤੇ ਸਾਰੇ ਸੇਫ ਹੈ। ਸੋ ਸੇਮ ਉਸ ਤੋਂ ਸ਼ੋਰੂਮ ਉਸ ਤੋਂ ਪਹਿਲੇ ਦੇ ਬਣੇ ਹੋਏ ਆ, ਉਸ ਤੋਂ ਪਹਿਲੇ ਦੇ ਬਣੇ ਹੋਏ ਆ। ਇਹ ਬਿਲਡਿੰਗ 78-80 ਦੇ ਲਾਗੇ ਛਾਗੇ ਬਣੀ ਸੀ ਜਦੋਂ ਅਸੀਂ ਛੋਟੇ ਹੁੰਦੇ ਸੀ, ਔਰ ਇਹ ਵੀ 72-73 'ਚ ਸ਼ੋਰੂਮ ਬਣੇ ਸੀ। ਲੇਕਿਨ ਮਕਸਦ ਇਹ ਹੈਗਾ ਕਿ ਬਈ ਜੇ ਬਿਲਡਿੰਗ ਅਨਸੇਫ ਹੋਈ ਹੈ ਤਾਂ ਉਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ। ਸਿਰਫ ਇਹ ਨਹੀਂ ਕਿ ਲੋਕਾਂ ਦਾ ਪੈਸਾ ਖਰਾਬ ਕਰਨ ਵਾਸਤੇ ਜਾਂ ਉਹਨੂੰ ਲਗਾਉਣ ਵਾਸਤੇ ਨਵੇਂ ਸਿਰੋਂ ਬਿਲਡਿੰਗ ਬਣ ਜਾਏ। ਔਰ ਦੂਸਰੇ ਪਾਸੇ ਮੰਡੀ ਨਵੀਂ ਬਣਨੀ ਹੈ, ਜੇ ਨਵੀਂ ਮੰਡੀ ਬਣਨੀ ਹੈ ਤਾਂ ਉੱਥੇ ਵੀ ਤਾਂ ਮਾਰਕੀਟ ਕਮੇਟੀ ਦਾ ਆਫਿਸ ਬਣਨਾ ਹੈ। ਕਿਉਂ ਨਹੀਂ ਅਸੀਂ ਉੱਥੇ ਹੀ ਪਹਿਲੇ ਬਣਾਉਂਦੇ ਮੰਡੀ ਦਾ ਆਫਿਸ, ਸੋ ਦੈਟ ਕਿ ਬਈ ਉਹ ਜਿਹੜੀ ਮੰਡੀ ਜਿਹਨੂੰ 25 ਸਾਲ ਹੋ ਗਏ ਜ਼ਮੀਨ ਅਕਵਾਇਰ ਕੌਡੀਆਂ ਦੇ ਭਾਅ ਲਿੱਤੀ ਗਈ ਜ਼ਿਮੀਂਦਾਰਾਂ ਕੋਲੋਂ, ਉਹ ਅੱਜ 25 ਸਾਲ ਹੋ ਗਏ ਉਸ ਜ਼ਮੀਨ ਅਕਵਾਇਰ ਕੀਤੀ ਨੂੰ, ਅੱਜ ਤੱਕ ਉੱਥੇ ਮੰਡੀ ਦਾ ਕੁਝ ਨਹੀਂ ਬਣਿਆ। ਸੋ ਇੱਕ ਸਸਟੇਨੇਬਲ ਪਾਲਿਸੀਜ਼ ਚਾਹੀਦੀ ਹੈ ਸ਼ਹਿਰ ਵਾਸਤੇ। ਰਾਹੁਲ ਜੀ, ਕੀ ਸੰਭਵ ਹੈਗਾ ਕਿ 40 ਸਾਲ ਪੁਰਾਣੀ ਜਿਹੜੀ ਬਿਲਡਿੰਗ ਬਣੀ ਆ ਉਸ ਦੀ ਆਪਾਂ ਇਨਕੁਆਇਰੀ ਕਰਕੇ ਦੋਸ਼ੀਆਂ ਦਾ ਪਤਾ ਲਗਾ ਲਈਏ? ਕੋਈ ਸੰਭਵ ਹੈਗਾ ਅੱਜ ਦੀ ਡੇਟ 'ਚ? ਸੋ ਸੰਭਵ ਤਾਂ ਅੱਜ ਦੀ ਡੇਟ 'ਚ ਬਹੁਤ ਕੁਝ ਹੈ, ਔਰ ਅਗਰ ਕਹੋ ਤਾਂ ਕੁਝ ਵੀ ਨਹੀਂ ਹੈ, ਕਿਉਂਕਿ ਅਗਰ ਉਸ ਬੰਦਿਆਂ ਨੂੰ ਲੱਭਣਾ ਹੋਏਗਾ ਤਾਂ ਬਹੁਤ ਔਖਾ ਹੈ। ਲੇਕਿਨ ਘੱਟ ਤੋਂ ਘੱਟ ਅਸੀਂ ਜਿਹੜੇ ਨਵੇਂ ਕੰਮ ਕਰ ਰਹੇ ਹਾਂ ਉਹਦੇ ਉੱਪਰ ਤਾਂ ਸਸਟੇਨੇਬਲ ਇੱਕ ਪਾਲਿਸੀ ਹੋਣੀ ਚਾਹੀਦੀ ਹੈ ਵੀ 100 ਸਾਲ ਉਹ ਬਿਲਡਿੰਗ ਰਹੇਗੀ, 50 ਸਾਲ ਰਹੇਗੀ, 75 ਸਾਲ ਰਹੇਗੀ। ਸੋ ਇੱਕ ਪਾਲਿਸੀ ਮੈਟਰ ਦਾ ਕੰਮ ਹੈ, ਉਹ ਪਾਲਿਸੀ ਬਣਨੀ ਚਾਹੀਦੀ ਹੈ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਨਰਿੰਦਰ ਸੋਨੀ ਦੇ ਨਾਲ ਦੈਨਿਕ ਸਵੇਰਾ ਟੀਵੀ ਲਈ ਚੰਡੀਗੜ੍ਹ ਤੋਂ।